ਸਾਡੇ ਨਾਲ ਜੁੜੇ ਰਹਿਣ ਦੇ ਲਈ ਸਾਡਾ YouTube ਚੈਨਲ ਸਬਸਕ੍ਰਾਈਬ ਜ਼ਰੂਰ ਕਰੋ ਅਤੇ ਬੈਲ ਆਈਕਨ ਦਬਣਾ ਨਾ ਭੁੱਲੋ ਤਾਂ ਕਿ ਸਾਡੀ ਹਰ ਨਵੀਂ ਅਪਡੇਟ ਤੁਹਾਡੇ ਤੱਕ ਪਹੁੰਚ ਸਕੇ। ਸਿੱਖ ਸਿਧਾਂਤ ਟੀਵੀ ਚੈਨਲ ਨਾਲ ਜੁੜੇ ਹੋਏ ਵੀਰੋ, ਕਲਗੀਆਂ ਵਾਲੇ ਦੀ ਗੁਰੂ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡਾ ਅੱਜ ਦਾ ਵਿਸ਼ਾ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਭੋਗ ਲਾਉਣਾ ਚਾਹੀਦਾ ਹੈ ਕਿ ਜਾਂ ਨਹੀਂ। ਗੁਰੂ ਪਿਆਰਿਓ, ਧੰਨ ਗੁਰੂ ਨਾਨਕ ਸਾਹਿਬ ਜੀ ਦੇ ਗਿਆਨ ਵਾਲੇ ਖੜਗ ਦੇ ਸਾਹਮਣੇ ਬ੍ਰਾਹਮਣੀ ਭਰਮਜਾਲ ਟਿਕ ਨਹੀਂ ਸੀ ਸਕਿਆ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਜੋ ਸੱਚ ਦਾ ਸੂਰਜ ਲੋਕਾਂ ਦੇ ਸਾਹਮਣੇ ਲਿਆਂਦਾ ਸੀ, ਉਹਦੇ ਸਾਹਮਣੇ ਝੂਠ ਦੀ ਧੁੰਦ ਅਲੋਪ ਹੋ ਚੁੱਕੀ ਸੀ। ਸਾਰੀਆਂ ਔਕੜਾਂ, ਮੁਸੀਬਤਾਂ ਅਤੇ ਜ਼ੁਲਮਾਂ ਨੂੰ ਸ਼ਰਬਤ ਵਾਂਗ ਮਨੁੱਖ ਪੀ ਚੁੱਕਾ ਸੀ ਤੇ ਸਤਿਗੁਰੂ ਦੇ ਦੱਸੇ ਹੋਏ ਸੁੱਚ ਆਚਾਰ ਨੂੰ ਧਾਰਨ ਕਰਨ ਲੱਗ ਪਿਆ ਸੀ। ਗੁਰੂ ਨਾਨਕ ਸਾਹਿਬ ਤੋਂ ਸਿੱਖਿਆ ਲੈ ਕੇ ਖਾਲਸੇ ਦਾ ਰੂਪ ਧਾਰ ਕੇ ਗੁਰੂ ਦੇ ਸਿੱਖ ਨੇ ਚਮਤਕਾਰੀ ਕਾਰਨਾਮੇ ਕਰ ਵਿਖਾਏ ਸਨ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ 10ਵੇਂ ਜਾਮੇ ਪਿੱਛੋਂ ਪੰਜ ਭੂਤਕ ਸਰੀਰ ਵਿੱਚ ਆਉਣ ਦੀ ਖੇਡ ਨੂੰ ਸਮਾਪਤ ਕਰਨ ਦਾ ਜਦੋਂ ਫੈਸਲਾ ਲਿਆ, ਗੁਰੂ ਨਾਨਕ ਨਿਰੰਕਾਰੀ ਦਾ ਇਹ ਪ੍ਰੋਗਰਾਮ ਬਣ ਚੁੱਕਾ ਸੀ ਕਿ ਉਹਨਾਂ ਨੇ ਪੱਕੇ ਤੌਰ ਤੇ ਗੁਰਤਾ ਗੱਦੀ ਸ਼ਬਦ ਨੂੰ ਦੇ ਦੇਣੀ ਸੀ। ਤਾਂ ਉਸ ਟਾਈਮ ਸੱਚੇ ਪਾਤਸ਼ਾਹ ਜੀ ਨੇ ਇੱਕ ਤਾੜਨਾ ਕੀਤੀ ਸੀ, ਜਦੋਂ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਇਆ ਕਿ ਇਹ ਮੇਰੇ ਖਾਲਸਾ ਪੁੱਤਰ ਜੀਓ, ਤੁਸੀਂ ਸੀਸ ਦੇ ਕੇ ਸਿੱਖੀ ਲਈ ਹੈ, ਤੁਸੀਂ ਬਾਣੀ ਦੇ ਨਾਲ ਜੁੜੇ ਹੋ, ਤੁਸੀਂ ਕਕਾਰਾਂ ਦੇ ਧਾਰਨੀ ਹੋ। ਜੇ ਤੁਸੀਂ ਮੇਰੀਆਂ ਆਸਾਂ, ਮੇਰੀਆਂ ਉਮੀਦਾਂ ਅਤੇ ਮੇਰੀਆਂ ਸਧਰਾਂ ਦਾ ਖੂਨ ਕਰਕੇ ਦੁਬਾਰਾ ਫਿਰ ਬ੍ਰਾਹਮਣੀ ਰੀਤ ਦੇ ਧਾਰਨੀ ਬਣ ਗਏ ਤਾਂ ਮੇਰਾ ਦਿੱਤਾ ਹੋਇਆ ਤੇਜ ਪ੍ਰਤਾਪ ਤੁਸੀਂ ਖੋ ਬੈਠੋਗੇ, ਮੇਰੀਆਂ ਨਜ਼ਰਾਂ ਦੇ ਵਿੱਚ ਗਿਰ ਜਾਓਗੇ। ਤੇ ਤਾੜਨਾ ਕੀਤੀ ਸੀ, ਜਿੰਨਾ ਚਿਰ ਤੁਸੀਂ ਵਿਪਰਨ ਕੀ ਰੀਤ ਨੂੰ ਪੂਰਨ ਤੌਰ ਤੇ ਉਹਦਾ ਤਿਆਗ ਕਰਕੇ ਤੇ ਸੁੱਚ ਆਚਾਰ ਦੇ ਧਾਰਨੀ ਬਣ ਕੇ ਗੁਰੂ ਦੇ ਸ਼ਬਦ ਦੇ ਨਾਲ ਜੁੜੇ ਰਹੋਗੇ, ਤੁਹਾਨੂੰ ਤੇਜ ਪ੍ਰਤਾਪ ਮਿਲਦਾ ਰਹੇਗਾ, ਮੇਰਾ ਸਤਿਕਾਰ ਮਿਲਦਾ ਰਹੇਗਾ, ਤੁਹਾਨੂੰ ਮੇਰੇ ਤੇ ਮਾਣ ਰਹੇਗਾ। ਪਰ ਜਿਸ ਦਿਨ ਜਬ ਲਗ ਖਾਲਸਾ ਰਹਿ ਨਿਆਰਾ, ਤਬ ਲਗ ਤੇਜ ਦਿਉ ਮੈਂ ਸਾਰਾ, ਜਬ ਇਹ ਗਹਿ ਵਿਪਰਨ ਕੀ ਰੀਤ ਮੈਂ ਨਾ ਕਰੂੰ ਇਨ ਕੀ ਪ੍ਰਤੀਤ। ਜੇ ਤੁਸੀਂ ਮੇਰਾ ਵਿਸ਼ਵਾਸ ਤੋੜ ਦਿੱਤਾ ਤੇ ਤੁਸੀਂ ਮੇਰੇ ਕੁਛ ਵੀ ਨਹੀਂ ਲੱਗਦੇ। ਗੁਰੂ ਦੇ ਪਿਆਰਿਓ, ਪਰ ਹੌਲੀ ਹੌਲੀ ਸਮਾਂ ਆਇਆ ਕਿ ਜਿਹੜੇ ਬ੍ਰਾਹਮਣ ਨੇ ਬੁੱਧ ਧਰਮ ਨੂੰ ਸੈਂਕੜੇ ਸਾਲਾਂ ਦੇ ਰਾਜ ਸਮੇਤ ਖਤਮ ਕਰ ਦਿੱਤਾ ਸੀ, ਉਸ ਨੇ ਆਪਣਾ ਰੰਗ ਵਿਖਾਇਆ ਤੇ ਆਪਣੀ ਉਸ ਘਾਤਕ ਰੀਤ ਨੂੰ ਜਿੱਤੋਂ ਬਚਣ ਲਈ ਸੱਚੇ ਪਾਤਸ਼ਾਹ ਨੇ ਸਾਨੂੰ ਕਿਹਾ ਸੀ, ਬੜੀ ਸਫਾਈ ਦੇ ਨਾਲ ਦੁਬਾਰਾ ਸਿੱਖ ਪੰਥ ਦੇ ਵਿੱਚ ਵਾੜਨਾ ਸ਼ੁਰੂ ਕਰ ਦਿੱਤਾ। ਤੇ ਗੁਰੂ ਦੇ ਪਿਆਰਿਓ, ਬ੍ਰਾਹਮਣ ਦੀਆਂ ਸਾਰੀਆਂ ਰਹੋ ਰੀਤਾਂ ਨੂੰ ਅਪਣਾਉਂਦਾ ਹੋਇਆ ਖਾਲਸਾ, ਉਹਦੀਆਂ ਸਾਰੇ ਕਰਮਕਾਂਡਾਂ ਨੂੰ ਅਪਣਾਉਂਦਾ ਹੋਇਆ ਖਾਲਸਾ, ਵੇਖੋ ਅੱਜ ਫਿਰ ਆਪਣੇ ਆਪ ਨੂੰ ਨਿਆਰਾ ਹੀ ਸਮਝਦਾ ਹੈ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਦੇਵਤੇ ਦੇ ਰੂਪ ਦੇ ਵਿੱਚ ਮੰਨ ਕੇ ਬ੍ਰਾਹਮਣ ਵਾਂਗ ਹੀ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਪ੍ਰਸ਼ਾਦ ਦੀ ਥਾਲ ਰੱਖ ਕੇ ਭੋਗ ਲਾਉਣ ਦੀ ਅਰਦਾਸਾਂ ਕਰਦਾ ਹੈ। ਗੁਰੂ ਦੇ ਪਿਆਰਿਓ, ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਤਾਂ ਗੁਰੂ ਨੂੰ ਗਿਆਨ ਕਹਿੰਦੀ ਹੈ, ਤੇ ਅਸੀਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਮੂਹਰੇ ਅਰਦਾਸਾਂ ਕਰਦੇ ਹੋਏ ਇਹ ਗੱਲ ਕਹਿੰਦੇ ਆ ਕਿ ਮਾਲਕ, ਤੁਹਾਡੇ ਸਾਹਮਣੇ ਪ੍ਰਸ਼ਾਦ ਰੱਖਿਆ ਹੈ, ਤੁਸੀਂ ਉਹਨੂੰ ਕਿਰਪਾ ਕਰਕੇ ਭੋਗ ਲਾਓ। ਆਓ ਉਸ ਸ਼ਬਦ ਦੀ ਥੋੜੀ ਜਿਹੀ ਵਿਚਾਰ ਕਰੀਏ, ਜਿਹਦੇ ਵਿੱਚ ਹੁਣ ਲਾਵੋ ਭੋਗ ਹਰ ਰਾਏ ਸ਼ਬਦ ਵਰਤ ਕੇ ਜਿਹੜੇ ਸਾਡੇ ਖਰੜ ਗਿਆਨੀ ਨੇ, ਭਾਵ ਵਿਪਰ ਦੇ ਚੇਲੇ ਨੇ, ਉਹ ਸਤਿਗੁਰਾਂ ਨੂੰ ਭੋਗ ਲਾਉਣ ਲਈ ਕਹਿ ਰਹੇ ਹੁੰਦੇ ਨੇ। ਪਰ ਗੁਰੂ ਪਿਆਰਿਓ, ਧਿਆਨ ਨਾਲ ਵੇਖਿਆ ਜਾਵੇ ਤੇ ਉਸ ਸ਼ਬਦ ਵਿੱਚ ਵੀ ਬੜੀਆਂ ਸਧਰਾਂ, ਚਾਵਾਂ, ਉਮੰਗਾਂ ਅਤੇ ਪਿਆਰ ਦੇ ਨਾਲ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਮਾਲਕ ਮੇਰੇ ਹਿਰਦੇ ਘਰ ਦੀ ਰਸੋਈ ਤਿਆਰ ਹੈ, ਮਿਲਾਪ ਤੇ ਚਾਵਾਂ ਨਾਲ ਜਿਹੜੇ ਪ੍ਰੇਮ ਪਦਾਰਥਾਂ ਨੂੰ ਮੈਂ ਤਿਆਰ ਕੀਤਾ ਹੈ, ਆਓ ਉਹਨਾਂ ਨੂੰ ਛਕੋ। ਇਹ ਤਾਂ ਹਿਰਦੇ ਘਰ ਦੀ ਰਸੋਈ ਦੀ ਗੱਲ ਕੀਤੀ ਜਾ ਰਹੀ ਹੈ। ਉਹ ਸ਼ਬਦ ਹੈ, ਕਿਆ ਤੂੰ ਸੋਚੇ, ਕਿਆ ਤੂੰ ਚਿਤਵੇਂ, ਕਿਆ ਤੂੰ ਕਰੇ ਉਪਾਏ, ਤਾਂ ਕੋ ਕਹੋ ਪ੍ਰਵਾਹ ਕਾਹੂ ਕੀ, ਜਹ ਗੋਪਾਲ ਸਹਾਏ। ਬਰਸੈ ਮੇਘ ਸਖੀ ਘਰ ਪਾਹੁਨ ਆਏ, ਮੋਹਿ ਦੀਨ ਕਿਰਪਾ ਨਿਧ ਠਾਕੁਰ ਨਵ ਨਿਧ ਨਾਮ ਸਮਾਏ। ਰਹਾਉ ਅਨਕ ਪ੍ਰਕਾਰ ਭੋਜਨ ਬਹੁ ਕੀਏ, ਬਹੁ ਬਿੰਜਨ ਮਿਸਟਾਏ, ਕਰੀ ਪਾਕ ਸਾਲ ਸੋਚ ਪਵਿੱਤਰਾ, ਹੁਣ ਲਾਵੋ ਭੋਗ ਹਰ ਰਾਏ। ਦੁਸ਼ਟ ਬਿਦਾਰੀ ਸਾਜਨ ਰਹੱਸੇ, ਇਹ ਮੰਦਰ ਘਰ ਅਪਨਾਏ, ਜੋ ਗ੍ਰਹਿ ਲਾਲ ਰੰਗੀਓ ਆਇਆ, ਤਉ ਮੈਂ ਸਭ ਸੁਖ ਪਾਏ। ਸੰਤ ਸਭਾ ਓਟ ਗੁਰ ਪੂਰੇ, ਤੁਰ ਮਸਤਕ ਲੇਖ ਲਿਖਾਏ, ਜਨ ਨਾਨਕ ਕੰਤ ਰੰਗੀਲਾ ਪਾਇਆ, ਫਿਰ ਦੂਖ ਨਾ ਲਾਗੈ ਆਏ। ਇਹਦੇ ਅਰਥ ਕਰਦੇ ਹਾਂ, ਪ੍ਰੋਫੈਸਰ ਸਾਹਿਬ ਸਿੰਘ ਨੇ ਲਿਖਿਆ ਹੈ ਰਹਾਉ ਦੀਆਂ ਪੰਕਤੀਆਂ ਦੇ ਮੁਤਾਬਕ
हे ਸਹੇਲੀ ਮੇਰਾ ਹਿਰਦਾ ਘਰ, ਮੇਰੇ ਹਿਰਦੇ ਘਰ ਵਿੱਚ ਪ੍ਰਭੂ ਪਤੀ ਜੀ ਆ ਟਿਕੇ ਨੇ। ਮੇਰੇ ਅੰਦਰੋਂ ਤਪਸ਼ ਮਿਟ ਗਈ ਹੈ, ਇਉਂ ਜਾਪਦਾ ਹੈ ਜਿਵੇਂ ਮੇਰੇ ਅੰਦਰ ਉਸ ਦੀ ਮਿਹਰ ਦਾ ਬੱਦਲ ਵਰਸ ਪਿਆ ਹੈ। हे ਕਿਰਪਾ ਦੇ ਖਜ਼ਾਨੇ ਪ੍ਰਭੂ, हे ਮਾਲਕ ਪ੍ਰਭੂ, ਮੈਨੂੰ ਆਪਣੇ ਨਾਮ ਵਿੱਚ ਲੀਨ ਕਰੀ ਰੱਖ। ਇਹ ਨਾਮ ਹੀ ਮੇਰੇ ਵਾਸਤੇ 9 ਖਜ਼ਾਨੇ ਨੇ। ਪ੍ਰਭੂ ਦੀ ਸ਼ਰਨ ਛੱਡ ਕੇ ਤੂੰ ਹੋਰ ਸੋਚਾਂ ਕੀ ਸੋਚਦਾ ਹੈ? ਤੂੰ ਹੋਰ ਉਪਾਵ ਕੀ ਚਿਤਵਦਾ ਹੈ? ਤੂੰ ਹੋਰ ਕਿਹੜੇ ਹੀਲੇ ਕਰਦਾ ਹੈ? ਵੇਖ, ਜਿਸ ਮਨੁੱਖ ਦਾ ਸਹਾਈ ਪ੍ਰਭੂ ਆਪ ਹੈ, ਉਸ ਨੂੰ ਦੱਸ ਕਿਸ ਦੀ ਪਰਵਾਹ ਹੋ ਸਕਦੀ ਹੈ? ਤੇ ਜਿਹੜੀ ਉਹ ਪੰਕਤੀ ਹੈ ਨਾ, ਅਨੇਕ ਪ੍ਰਕਾਰ ਭੋਜਨ ਬਹੁ ਕੀਏ, ਬਹੁ ਬਿੰਜਨ ਮਿਸ਼ਟਾਏ, ਕਰੀ ਪਾਗ ਸਾਲ ਸੋਚ ਪਵਿੱਤਰਾ, ਹੁਣ ਲਾਵੋ ਭੋਗ ਹਰ ਰਾਏ। ਉੱਥੇ ਅਰਥ ਕੀਤੇ ਨੇ ਕਿ ਜਿਵੇਂ ਕੋਈ ਇਸਤਰੀ ਆਪਣੇ ਪਤੀ ਵਾਸਤੇ ਅਨੇਕ ਕਿਸਮਾਂ ਦੇ ਮਿੱਠੇ ਸਵਾਦਲੇ ਖਾਣੇ ਤਿਆਰ ਕਰਦੀ ਹੈ, ਬੜੀ ਸੋਚ ਨਾਲ ਰਸੋਈ ਤਿਆਰ ਕਰਦੀ, ਭਾਵ ਬੜੀ ਪਿਆਰ ਨਾਲ ਰਸੋਈ ਬਣਾਉਂਦੀ ਹੈ। ਕਹਿੰਦੇ ਨੇ, हे ਪ੍ਰਭੂ, ਤੇਰੇ ਪਿਆਰ ਵਿੱਚ ਮੈਂ ਆਪਣੇ ਹਿਰਦੇ ਦੀ ਰਸੋਈ ਤਿਆਰ ਕੀਤੀ ਹੈ, ਮਿਹਰ ਕਰ ਤੇ ਇਸ ਨੂੰ ਪ੍ਰਵਾਨ ਕਰ। ਹੁਣ ਲਾਵੋ ਭੋਗ ਹਰ ਰਾਏ ਦਾ ਮਤਲਬ ਮਿਹਰ ਕਰ ਤੇ ਇਹਨੂੰ ਪ੍ਰਵਾਨ ਕਰ। ਤੇ ਅੱਗੇ ਕਹਿੰਦੇ ਨੇ, ਦੁਰਜੰਦਿਸ਼ਟ ਬਿਦਾਰੇ ਸਨਰ ਹੱਸੇ, ਇਹ ਮੰਦਰ ਘਰ ਅਪਨਾਏ, ਜੋ ਗ੍ਰਹਿ ਲਾੜ ਰੰਗੀਓ ਆਇਆ ਤਾਂ ਮੈਂ ਸਭ ਸੁਖ ਪਾਏ। हे ਸਖੀ, ਇਹਨਾਂ ਸਰੀਰ ਘਰਾਂ ਨੂੰ ਜਦੋਂ ਪ੍ਰਭੂ ਪਤੀ ਅਪਣਾਉਂਦਾ ਹੈ, ਇਹਨਾਂ ਵਿੱਚ ਆਪਣਾ ਪ੍ਰਕਾਸ਼ ਕਰਦਾ ਹੈ, ਤਦੋਂ ਇਹਨਾਂ ਵਿੱਚੋਂ ਕਮਾਦਕ ਦੁਸ਼ਮਣ ਨਾਸ਼ ਹੋ ਜਾਂਦੇ ਨੇ ਤੇ ਦੇਵੀ ਗੁਣਾਂ ਦਾ ਪ੍ਰਕਾਸ਼ ਹੋ ਜਾਂਦਾ ਹੈ। हे ਸਖੀ, ਜਦੋਂ ਤੋਂ ਮੇਰੇ ਹਿਰਦੇ ਘਰ ਵਿੱਚ ਸੋਹਣਾ ਲਾਲ ਪ੍ਰਭੂ ਆ ਵਸਿਆ, ਤਦੋਂ ਤੋਂ ਮੈਂ ਸਾਰੇ ਸੁੱਖ ਹਾਸਲ ਕਰ ਲਏ ਨੇ। हे ਨਾਨਕ, ਧੁਰ ਦਰਗਾਹ ਤੋਂ ਜਿਸ ਜੀਵ ਦੇ ਮੱਥੇ ਉੱਤੇ ਸਾਧ ਸੰਗਤ ਵਿੱਚ ਪੂਰੇ ਗੁਰੂ ਦੀ ਓਟ ਦਾ ਲੇਖ ਲਿਖਿਆ ਹੁੰਦਾ ਹੈ, ਉਸ ਨੂੰ ਸੋਹਣਾ ਪ੍ਰਭੂ ਪਤੀ ਮਿਲ ਪੈਂਦਾ ਹੈ, ਫਿਰ ਉਸ ਨੂੰ ਕੋਈ ਫਿਕਰ ਚਿੰਤਾ ਦੁੱਖ ਨਹੀਂ ਦਿੰਦਾ। ਹੁਣ ਇਹ ਲਾਵੋ ਭੋਗ ਹਰ ਰਾਏ, ਇਹ ਰਹਾਉ ਦੀ ਪੰਕਤੀ ਨਹੀਂ। ਰਹਾਉ ਦੀ ਪੰਕਤੀ ਤਾਂ ਹੈਗੀ ਹੈ, ਬਰਸੈ ਮੇਘ ਸਖੀ ਘਰ ਪਾਹੁਣ ਆਏ, ਮੋਹਿ ਦੀਨ ਕਿਰਪਾ ਨਿਧ ਠਾਕੁਰ ਨਵਨਿਧ ਨਾਮ ਸਮਾਏ। ਤੇ ਹਰ ਇਨਸਾਨ ਜਾਣਦਾ ਹੈ ਕਿ ਰਹਾਉ ਦੀ ਪੰਕਤੀ ਮੇਨ ਹੁੰਦੀ ਹੈ ਸ਼ਬਦ ਦੀ, ਜਿਹਦੇ ਆਸੇ ਪਾਸੇ ਸਾਰਾ ਸ਼ਬਦ ਘੁਮਾਇਆ ਜਾਂਦਾ ਹੈ। ਤੇ ਰਹਾਉ ਦੀ ਪੰਕਤੀ ਦਾ ਤੇ ਮਤਲਬ ਵੀ ਕੋਈ ਹੋਰ ਹੈ। ਤੇ ਜਿਹੜਾ ਲਾਵੋ ਭੋਗ ਕਰ ਰਾਏ ਹੈ, ਇਹ ਧੱਕੇ ਦੇ ਨਾਲ ਬ੍ਰਾਹਮਣੀ ਸੋਚ ਮੁਤਾਬਕ ਇਹਦੇ ਜਿਹੜੇ ਹੈ ਉਹ ਅਰਥ ਕੀਤੇ ਜਾ ਰਹੇ ਨੇ। ਤੇ ਗੁਰਬਾਣੀ ਨੂੰ ਪੜ੍ਹ ਕੇ ਵੇਖਿਓ, ਕਿੱਥੇ ਕਈ ਜਗ੍ਹਾ ਤੇ ਸੱਚੇ ਪਾਤਸ਼ਾਹ ਨੇ ਭੋਗ ਸ਼ਬਦ ਵਰਤਿਆ, ਜਿਵੇਂ ਦੁਰਜਨ ਦੂਜਾ ਭਾਉ ਹੈ, ਵਿਛੋੜਾ ਹਉਮੈ ਰੋਗ, ਸੱਜਣ ਸੱਚਾ ਪਾਤਸ਼ਾਹ ਜਿਸ ਮਿਲ ਕੀਚੈ ਭੋਗ, ਤੂੰ ਘਟ ਘਟ ਭੋਗੇ ਆਪ ਤੁਧ ਲੇਪ ਨਾ ਲਾਹਰਾ। ਜਾਂ ਕੱਪੜ ਭੋਗ ਵਿਕਾਰ, ਇਹ ਸਭੇ ਹੀ ਸ਼ਾਰ, ਖਾਕ ਲੋੜੀਂਦਾ ਤਨ ਕੇ ਜੋ ਰੱਤੇ ਦੀਦਾਰ। ਗੁਰੂ ਪਿਆਰਿਓ, ਪਰਮਾਤਮਾ ਦੀ ਸਿਫਤ ਸਲਾਹ ਵਾਲੀ ਗੱਲ ਤੋਂ ਬਿਨਾਂ ਹੋਰ ਅਰਦਾਸਾਂ ਕਰਨੀਆਂ ਸਤਿਗੁਰਾਂ ਦੇ ਹੁਕਮਾਂ ਦੀ ਉਲੰਘਣਾ ਹੈ। ਗੁਰਦੇਵ ਜੀ ਦੀ ਦੱਸੀ ਮਰਿਆਦਾ ਦਾ ਤਿਆਗ ਵਿਪਰਨ ਕੀ ਰੀਤ ਹੈ। ਮੂਰਤੀ ਪੂਜ ਵਿਪਰ ਨੂੰ ਪੱਥਰ ਦੀ ਮੂਰਤੀ ਦੇ ਅੱਗੇ ਭੋਜਨ ਦੇ ਥਾਲ ਭੇਟਾ ਕਰਕੇ ਭੋਗ ਲਾਉਣ ਲਈ ਅਰਦਾਸਾਂ ਕਰਦਾ ਵੇਖ ਕੇ ਭਗਤ ਕਬੀਰ ਜੀ ਨੇ ਇੱਕ ਗੱਲ ਕਹੀ ਸੀ ਕਿ ਪੰਡਤੋ, ਖਾ ਤਾਂ ਤੁਸੀਂ ਸਭ ਕੁਝ ਜਾਣਦੇ ਹੋ, ਤੇ ਵਿਚਾਰੇ ਦੇਵਤੇ ਦੇ ਮੂੰਹ ਵਿੱਚ ਤਾਂ ਸੁਆਬ ਨਹੀਂ ਪੈਂਦੀ। ਤੇ ਉਹਨਾਂ ਨੇ ਸ਼ਬਦ ਵਰਤਿਆ ਸੀ, ਭਾਤ ਪਹਿਤ ਅਰ ਲਾਪਸੀ ਕਰਕਰਾ ਕਸਾਰ। ਭਾਤ, ਦਾਲ, ਲੱਪੀ ਤੇ ਮੁਕਰਨੀ ਪੰਜੀਰੀ ਪੁਜਾਰੀ ਖਾ ਜਾਂਦਾ ਹੈ। ਭੋਗਣ ਹਾਰੇ ਭੋਗਿਆ ਇਸ ਮੂਰਤ ਕੇ ਮੁਗਜ਼ਾਰ। ਇਸ ਮੂਰਤੀ ਦੇ ਮੂੰਹ ਵਿੱਚ ਤਾਂ ਕੁਝ ਵੀ ਨਹੀਂ ਪੈਂਦਾ, ਇਹ ਤਾਂ ਨਰਜਿੰਦ ਹੈ ਤੇ ਖਾ ਤੁਸੀਂ ਜਾਣਦੇ ਹੋ। ਗੁਰੂ ਅਰਜਨ ਦੇਵ ਜੀ ਦੇ ਉਚਾਰੇ ਬਚਨਾਂ ਦੇ ਗਲਤ ਅਰਥ ਕਰਕੇ ਪੰਥ ਵਿੱਚ ਵਿਪਰਨ ਕੀ ਰੀਤ ਲਿਆਉਣ ਵਾਲੇ ਸੱਜਣ ਹੁਣ ਗੁਰੂ ਅਰਜਨ ਦੇਵ ਜੀ ਦਾ ਇਹ ਬਚਨ ਵੀ ਪੜ੍ਹ ਲੈਣ, ਜਿੱਥੇ ਉਹਨਾਂ ਨੇ ਅਜਿਹੇ ਸ਼ਰਧਾਲੂਆਂ ਨੂੰ ਰੱਬ ਤੋਂ ਟੁੱਟਾ ਹੋਇਆ ਪਸ਼ੂ ਆਖਿਆ, ਜਿਹੜੇ ਕ੍ਰਿਸ਼ਨ ਦੀ ਮੂਰਤੀ ਨੂੰ ਭਗਵਾਨ ਸਮਝ ਕੇ ਅਤੇ ਲੋਕਾਂ ਦੀ ਅੱਖ ਬਚਾ ਕੇ ਉਸ ਨੂੰ ਪੰਜੀਰੀ ਦਾ ਭੋਗ ਲਵਾਉਂਦੇ ਨੇ। ਗੁਰੂ ਪਿਆਰਿਓ, ਧੰਨ ਸ਼੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਨੇ ਬੜਾ ਸੋਹਣਾ ਉੱਥੇ ਆਖਿਆ, ਕਹਿੰਦੇ ਨੇ, ਕਰ ਪੰਜੀਰ ਖਵਾਇਓ ਚੋਰ, ਉਹ ਜਨਮ ਨਾ ਮਰੈ ਰੇ ਸਾਕਤ ਢੋਰ। ਹੇ ਭਾਈ, ਪੰਜੀਰੀ ਬਣਾ ਕੇ ਤੂੰ ਲੁਕਾ ਕੇ ਆਪਣੇ ਵੱਲੋਂ ਪਰਮਾਤਮਾ ਨੂੰ ਕ੍ਰਿਸ਼ਨ ਮੂਰਤੀ ਦੇ ਰੂਪ ਵਿੱਚ ਖਵਾਉਂਦਾ ਹੈ। ਹੇ ਰੱਬ ਤੋਂ ਟੁੱਟੇ ਹੋਏ ਮੂਰਖ, ਪਰਮਾਤਮਾ ਨਾ ਕਦੇ ਜੰਮਦਾ ਹੈ ਨਾ ਕਦੇ ਮਰਦਾ ਹੈ। ਗੁਰੂ ਪਿਆਰਿਓ, ਭੋਗ ਲਾਉਣ ਵਾਲੀ ਜਿਹੜੀ ਗੱਲ ਹੈ, ਇਹ ਗੁਰਬਾਣੀ ਦੇ ਮੁਤਾਬਕ 100% ਗਲਤ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਗਿਆਨ ਨੇ, ਤੇ ਗਿਆਨ ਦਾ ਕੋਈ ਭੋਜਨ ਨਹੀਂ ਹੁੰਦਾ। ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਅਸੀਂ ਭੋਗ ਨਹੀਂ ਲਵਾਉਣਾ ਪ੍ਰਸ਼ਾਦਿਆਂ ਦਾ, ਉਹ ਨਹੀਂ ਛਕਦੇ। ਸਰੀਰਕ ਰੂਪ ਦੇ ਵਿੱਚ ਗੁਰੂ ਸਾਹਿਬ ਖਾਂਦੇ ਰਹੇ ਨੇ, ਪਰ ਹੁਣ ਅਸੀਂ ਜੋ ਕੁਝ ਕਰ ਰਹੇ ਹਾਂ ਇਹ ਵਿਪਰਨ ਕੀ ਰੀਤ ਹੈ। ਕੇਵਲ ਗੁਰਬਾਣੀ ਨੇ ਪਦਾਰਥਾਂ ਦੇ ਭੋਗੀ ਮਤਲਬ ਮਾਇਆ ਦੇ ਮੋਹ ਵਿੱਚ ਫਸੇ ਮਨੁੱਖ ਨੂੰ ਵਿਸ਼ੇ ਵਿਕਾਰਾਂ ਵਿੱਚੋਂ ਬਾਹਰ ਕੱਢਿਆ ਹੈ। ਤੇ ਇਹ ਵੀ ਚੇਤੇ ਰੱਖਿਓ, ਗੁਰਬਾਣੀ ਕਹਿੰਦੀ ਹੈ ਭੋਗੰ ਤਾਂ ਰੋਗੰ। ਜੇ ਅਸੀਂ ਭੋਗਦੇ ਹਾਂ, ਖਾਂਦੇ ਹਾਂ, ਅਸੀਂ ਰੋਗੀ ਵੀ ਹਾਂ। ਤੇ ਗੁਰੂ ਤਾਂ ਰੋਗੀ ਨਹੀਂ, ਕਿਉਂਕਿ ਮੇਰਾ ਵੈਦ ਗੁਰੂ ਗੋਬਿੰਦਾ, ਗੁਰੂ ਤਾਂ ਰੋਗੀ ਹੈ ਨਹੀਂ। ਰੋਗੀ ਸਾਰਾ ਸੰਸਾਰ ਹੋ ਸਕਦਾ, ਮੇਰਾ ਗੁਰੂ ਰੋਗੀ ਨਹੀਂ।
ਤੇ ਜੇ ਗੁਰੂ ਨੂੰ ਖਵਾ ਰਹੇ ਹੋ ਤੇ ਯਾਦ ਰੱਖਿਓ ਭੋਜਨ ਤਾਂ ਰੋਗ ਵੀ ਪੈਦਾ ਕਰਦਾ ਹੈ। ਅਸੀਂ ਦੁਨੀਆ ਨੂੰ ਮੂੰਹ ਨਹੀਂ ਵਿਖਾ ਸਕਦੇ। ਜੇ ਗੁਰਬਾਣੀ ਦੇ ਵਿੱਚ ਸੱਚੇ ਪਾਤਸ਼ਾਹ ਨੇ ਸਪਸ਼ਟ ਤੌਰ ਤੇ ਵਿਪਰਨ ਕੀ ਰੀਤ ਤੋਂ ਬਚਣ ਦੀ ਗੱਲ ਕੀਤੀ ਹੈ, ਜੇ ਗੁਰਬਾਣੀ ਵਿੱਚ ਬ੍ਰਾਹਮਣ ਦੀਆਂ ਰੀਤਾਂ ਨੂੰ ਗਲਤ ਆਖਿਆ ਗਿਆ ਕਿ ਉਹ ਮੂਰਤੀ ਨੂੰ ਭੋਗ ਲਵਾਉਂਦਾ ਹੈ, ਉਹ ਗਲਤ ਹੈ। ਤੇ ਤੁਸੀਂ ਮਾੜਾ ਜਿਹਾ ਝਾਤ ਮਾਰ ਕੇ ਵੇਖੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਗਿਆਨ ਪ੍ਰਕਾਸ਼ ਨੇ ਉਹਨਾਂ ਦੇ ਮੂਹਰੇ ਤੁਸੀਂ ਥਾਲ ਰੱਖ ਕੇ ਭੋਗ ਲਾਉਣ ਦੀਆਂ ਜਿਹੜੀਆਂ ਅਰਦਾਸਾਂ ਕਰਦੇ ਹੋ, ਇਹ ਕਿੰਨਾ ਕੁ ਗੁਰਬਾਣੀ ਮੁਤਾਬਕ ਸਹੀ ਹੈ। ਮੈਨੂੰ ਪਤਾ ਹੈ ਕਿ ਬਹੁਤ ਲੋਕ ਜਿਹੜੇ ਹੈ ਇਸ ਗੱਲ ਨਾਲ ਸਹਿਮਤ ਨਹੀਂ ਹੋਣਗੇ, ਪਰ ਆਪਣੀ ਅੰਨੀ ਸ਼ਰਧਾ ਦਾ ਜਿਹੜਾ ਉਹ ਖਹਿੜਾ ਛੱਡ ਕੇ ਆਓ ਗਿਆਨ ਧਾਰਨ ਕਰੀਏ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀਵਨ ਜੁਗਤ ਨੇ, ਜੀਵਨ ਵਿੱਚ ਅਪਣਾਈਏ, ਵਹਿਮਾਂ ਭਰਮਾਂ ਕਰਮ ਕਾਂਡਾਂ ਦਾ ਤਿਆਗ ਕਰੀਏ ਜੀ। ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।